BTV ब्रॉडकास्टिंग देख रहे ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਐਲਬਰਟਾ ਹੈਲਥ ਸਰਵਿਸਿਜ਼ ਦੇ 100 ਕਰਮਚਾਰੀਆਂ ਦੀ ਗਈ ਨੌਕਰੀ। ਅਮਰੀਕਾ ਦੇ ਵਿੱਚ ਐਮਾਜ਼ਨ ਦੇ ਵੱਲੋਂ ਆਪਣੇ 15% ਕਾਮਿਆਂ ਨੂੰ ਕੱਢਿਆ ਜਾ ਸਕਦਾ ਹੈ ਨੌਕਰੀ ਤੋਂ। ਅਲਬਰਟਾ ਦੇ ਵਿੱਚ ਹੁਣ ਨਵੀਂ ਲਾਇਸੈਂਸ ਪਲੇਟ ਕੀਤੀ ਜਾਵੇਗੀ ਜਾਰੀ। ਬੈਂਕ ਆਫ ਅਮਰੀਕਾ ਨੂੰ ਇਸ ਔਰਤ ਨੇ ਕੀਤਾ ਸੂ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਅਲਬਰਟਾ ਹੈਲਥ ਸਰਵਿਸਿਜ਼ ਯਾਨੀ ਕਿ AHS ਨੇ 100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਦੋਂ ਕਿ 300 ਖਾਲੀ ਪੋਜੀਸ਼ਨਸ ਨੂੰ ਵੀ ਹਟਾ ਦਿੱਤਾ ਗਿਆ। ਦੱਸ ਦਈਏ ਕਿ AHS ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇਹ ਕਟੌਤੀ ਮੁੱਖ ਤੌਰ ਤੇ ਕਾਰਪੋਰੇਟ ਸਰਵਿਸਿਜ਼ ਵਿਭਾਗ ਦੇ ਵਿੱਚ ਹੋਵੇਗੀ, ਜਿਸ ਦੇ ਵਿੱਚ IT, ਫਾਈਨੈਂਸ, ਹਿਊਮਨ ਰਿਸੋਰਸਿਜ਼, ਕਮਿਊਨਿਟੀ ਇੰਗੇਜਮੈਂਟ ਅਤੇ ਕਮਿਊਨੀਕੇਸ਼ਨ ਦੇ ਖੇਤਰ ਸ਼ਾਮਲ ਹਨ। AHS ਨੇ ਕਿਹਾ ਹੈ ਕਿ ਇਸ ਕਦਮ ਦੇ ਨਾਲ ਫਰੰਟਲਾਈਨ ਕਲੀਨਿਕਲ ਸਟਾਫ ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ ਅਤੇ ਮਰੀਜ਼ਾਂ ਦੇ ਲਈ ਵੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਏਜੰਸੀ ਦੇ ਮੁਤਾਬਕ ਇਹ ਕਟੌਤੀ AHS ਦੀ ਕੁੱਲ ਵਰਕਫੋਰਸ ਦਾ ਸਿਰਫ 0.4% ਹਿੱਸਾ ਹੀ ਹੈ। ਅਮਰੀਕਾ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ਨ ਨੇ ਆਪਣੇ ਹਿਊਮਨ ਰਿਸੋਰਸਿਜ਼ ਡਿਪਾਰਟਮੈਂਟ ਦੇ ਵਿੱਚੋਂ ਲਗਭਗ 15% ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਫੈਸਲਾ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੇ ਵਿੱਚ ਵੱਧ ਇਨਵੈਸਟਮੈਂਟ ਕਰਨ ਅਤੇ ਕਰਮਚਾਰੀਆਂ ਦੇ ਖਰਚੇ ਘਟਾਉਣ ਦੇ ਲਈ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਐਮਾਜ਼ਨ ਨੇ ਆਪਣੀ AWS ਕਲਾਊਡ ਯੂਨਿਟ ਦੇ ਵਿੱਚ ਨੌਕਰੀਆਂ ਕੱਟੀਆਂ ਸਨ। ਫੋਰਚੂਨ ਮੈਗਜ਼ੀਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਕਟੌਤੀ ਐਮਾਜ਼ਨ ਦੇ PXT ਯਾਨੀ ਕਿ ਪੀਪਲ ਐਕਸਪੀਰੀਅੰਸ ਐਂਡ ਟੈਕਨੋਲੋਜੀ ਵਿਭਾਗ ਨੂੰ ਪ੍ਰਭਾਵਿਤ ਕਰੇਗੀ, ਜਿਸ ਦੇ ਵਿੱਚ ਇਸ ਵੇਲੇ 10,000 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਕੰਪਨੀ ਦੇ CEO ਐਂਡੀ ਜੈਸੀ ਨੇ ਜੂਨ ਦੇ ਵਿੱਚ ਇੱਕ ਈਮੇਲ ਦੇ ਰਾਹੀਂ ਸੰਕੇਤ ਦਿੱਤਾ ਸੀ ਕਿ ਐਮਾਜ਼ਨ ਆਉਂਦੇ ਸਾਲਾਂ ਦੇ ਵਿੱਚ ਆਪਣਾ ਵਰਕਫੋਰਸ ਘਟਾ ਸਕਦਾ ਹੈ, ਕਿਉਂਕਿ ਕੰਪਨੀ AI ਤਕਨੀਕ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟਾਂ ਦੇ ਮੁਤਾਬਕ ਐਮਾਜ਼ਨ 2025 ਦੇ ਵਿੱਚ ਲਗਭਗ $100 ਬਿਲੀਅਨ ਦੀ ਇਨਵੈਸਟਮੈਂਟ ਆਪਣੇ ਕਲਾਊਡ ਅਤੇ AI ਡੇਟਾ ਸੈਂਟਰਾਂ ਦੇ ਵਿਕਾਸ ਤੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦਾ ਪਾਸਪੋਰਟ, ਜਿਸ ਨੂੰ ਕਦੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਮੰਨਿਆ ਜਾਂਦਾ ਸੀ, ਪਹਿਲੀ ਵਾਰ ਹੈਨਲੀ ਪਾਸਪੋਰਟ ਇੰਡੈਕਸ ਦੀ ਟੌਪ 10 ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈ। ਅਮਰੀਕਾ ਹੁਣ 12ਵੇਂ ਸਥਾਨ ਤੇ ਖਿਸਕ ਗਿਆ ਹੈ ਅਤੇ ਮਲੇਸ਼ੀਆ ਦੇ ਨਾਲ ਇਹ ਸਥਾਨ ਸਾਂਝਾ ਕਰਦਾ ਹੈ। ਹੈਨਲੀ ਪਾਸਪੋਰਟ ਇੰਡੈਕਸ ਦੇ ਅਨੁਸਾਰ ਅਮਰੀਕਾ ਦਾ ਪਾਸਪੋਰਟ ਰੱਖਣ ਵਾਲੇ ਲੋਕ ਹੁਣ 227 ਦੇਸ਼ਾਂ ਦੇ ਵਿੱਚੋਂ ਸਿਰਫ 180 ਦੇਸ਼ਾਂ ਦੇ ਵਿੱਚ ਵੀਜ਼ਾ ਫ੍ਰੀ ਯਾਤਰਾ ਕਰ ਸਕਦੇ ਹਨ ਅਤੇ ਅਮਰੀਕਾ ਸਿਰਫ 46 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਦੇਸ਼ ਦੇ ਵਿੱਚ ਦਾਖਲ ਹੋਣ ਦੀ ਆਗਿਆ ਦਿੰਦਾ ਹੈ। 1993 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਦੇ ਨਾਲ ਸਿੰਗਾਪੁਰ ਪਹਿਲੇ ਸਥਾਨ ਤੇ ਹੈ, ਜਦੋਂ ਕਿ ਦੱਖਣੀ ਕੋਰੀਆ ਯਾਨੀ ਕਿ ਸਾਊਥ ਕੋਰੀਆ 190 ਅਤੇ ਜਾਪਾਨ 199 ਦੇਸ਼ਾਂ ਦੀ ਵੀਜ਼ਾ ਫ੍ਰੀ ਯਾਤਰਾ ਦੇ ਨਾਲ ਦੂਸਰੇ ਅਤੇ ਤੀਸਰੇ ਸਥਾਨ ਤੇ ਹਨ। ਕੈਨੇਡਾ 9ਵੇਂ ਸਥਾਨ ਤੇ ਹੈ, ਜਿੱਥੋਂ ਦੇ ਲੋਕ 183 ਦੇਸ਼ਾਂ ਦੀ ਵੀਜ਼ੇ ਤੋਂ ਬਿਨਾਂ ਯਾਤਰਾ ਕਰ ਸਕਦੇ ਹਨ। ਉੱਥੇ ਹੀ ਚਾਈਨਾ ਨੇ ਪਿਛਲੇ ਦਹਾਕੇ ਦੌਰਾਨ ਆਪਣੇ ਪਾਸਪੋਰਟ ਦੀ ਤਾਕਤ ਦੇ ਵਿੱਚ ਕਾਫੀ ਵਾਧਾ ਕੀਤਾ ਹੈ। ਚਾਈਨਾ, ਜੋ ਕਿ 2015 ਦੇ ਵਿੱਚ 94ਵੇਂ ਸਥਾਨ ਤੇ ਸੀ, ਹੁਣ 64ਵੇਂ ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਇਸ ਸੂਚੀ ਦੇ ਵਿੱਚ 85ਵੇਂ ਸਥਾਨ ਤੇ ਹੈ ਅਤੇ ਇਸ ਦੇ ਨਾਗਰਿਕ 57 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਦੱਸ ਦੇ ਕਿ ਚੌਥੇ ਸਥਾਨ ਤੇ ਜਰਮਨੀ, ਇਟਲੀ, ਲਕਸਮਬਰਗ, ਸਪੇਨ ਅਤੇ ਸਵਿਟਜ਼ਰਲੈਂਡ ਹਨ। 5ਵੇਂ ਸਥਾਨ ਤੇ ਆਸਟਰੀਆ, ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਆਇਰਲੈਂਡ ਅਤੇ ਨੀਦਰਲੈਂਡਸ ਹਨ। 6ਵੇਂ ਸਥਾਨ ਤੇ ਗ੍ਰੀਸ, ਹੰਗਰੀ, ਨਿਊਜ਼ੀਲੈਂਡ, ਨਾਰਵੇ, ਪੁਰਤਗਾਲ ਅਤੇ ਸਵੀਡਨ ਹਨ। 7ਵੇਂ ਸਥਾਨ ਤੇ ਆਸਟ੍ਰੇਲੀਆ, ਚੈਕ ਰਿਪਬਲਿਕ, ਮਾਲਟਾ ਅਤੇ ਪੋਲੈਂਡ ਹਨ ਅਤੇ 8ਵੇਂ ਸਥਾਨ ਤੇ ਯੂਨਾਈਟਿਡ ਅਰਬ ਐਮੀਰੇਟਸ, ਯੂਨਾਈਟਿਡ ਕਿੰਗਡਮ ਅਤੇ ਇਸ ਦੇ ਨਾਲ ਹੀ ਯੂਰਪ ਦੇ ਕਈ ਹੋਰ ਦੇਸ਼ ਵੀ ਹਨ। ਆਟੋਮੋਬਾਈਲ ਕੰਪਨੀ ਸਟੈਲੈਂਟਿਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਜੀਪ ਕੰਪਾਸ ਗੱਡੀਆਂ ਦੀ ਪ੍ਰੋਡਕਸ਼ਨ ਹੁਣ ਓਨਟਾਰੀਓ ਦੇ ਬਰੈਂਪਟਨ ਪਲਾਂਟ ਦੀ ਬਜਾਏ ਅਮਰੀਕਾ ਦੇ ਇਲੀਨੋਇਸ ਦੇ ਵਿੱਚ ਕਰੇਗੀ। ਇਹ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਗੱਡੀਆਂ ਅਤੇ ਉਹਨਾਂ ਨੂੰ ਬਣਾਉਣ ਦੇ ਲਈ ਲੋੜੀਂਦੇ ਮੈਟਲਸ ਤੇ ਲਗਾਏ ਗਏ ਨਵੇਂ ਟੈਰਿਫਸ ਤੋਂ ਬਾਅਦ ਲਿਆ ਗਿਆ ਹੈ। ਇਸ ਕੰਪਨੀ ਨੇ ਅਮਰੀਕਾ ਦੇ ਵਿੱਚ $13 ਬਿਲੀਅਨ ਦੇ ਵੱਡੇ ਇਨਵੈਸਟਮੈਂਟ ਪਲਾਨ ਦੇ ਵਜੋਂ ਇਹ ਕਦਮ ਚੁੱਕਿਆ ਹੈ। ਸਟੈਲੈਂਟਿਸ ਨੇ ਕਿਹਾ ਹੈ ਕਿ ਉਸ ਦੇ ਕੋਲ ਬਰੈਂਪਟਨ ਪਲਾਂਟ ਦੇ ਲਈ ਹੋਰ ਯੋਜਨਾਵਾਂ ਹਨ
पर उन्हां दे बारे विस्तार दे विच जानकारी नहीं दित्ती गई है। इस प्लांट दे विच लगभग 3000 कर्मचारी गड्डियां बनाउण दे लई वापस काम ते भी आउण वाले सन। ओंटारियो के प्रीमियर डग फोर्ड ने कहा है कि स्टैलेंटिस नूं अपने वादियां ते कायम रहना चाहिए है, नहीं तो सूबा सरकार दे वल्लों बैटरी प्लांट के लिए दिता जाने वाला फंड रोकिया जाएगा। प्रधानमंत्री मार्क कार्नी ने कहा है कि फेडरल सरकार स्टैलेंटिस दे नाल मिलके ब्रैम्पटन खेतर दे विच नवे मौके बनाउण दे लई काम करेगी ਅਤੇ ਉਹ कंपनी तो उम्मीद करते हैं कि वह कैनेडियन कर्मचारियों के नाल कीता गया वादा पूरा करेगी। ऑटोमोटिव पार्ट्स मैन्युफैक्चरर एसोसीएशन के मुखी का कहना है कि इस फैसले के नाल लगभग 10,000 वर्करां दीयां नौकरियां भी खतरे दे विच आ गईयां हन। यूनिफॉर यूनियन के प्रेसिडेंट का कहना है कि ट्रंप दीयां टैरिफ नीतियां के कारण कैनेडियन इंडस्ट्री पहला ही नुकसान सह रही है। इस दे लई सरकार नूं ब्रैम्पटन प्लांट और ऑटो सैक्टर की रखिया लई मजबूत कदम चुकने चाहिए हैं। ओंटारियो सरकार ने मैडिकल रेजिडेंसी के लिए नवे नियम लागू कर दिते हैं, जिसके कारण इंटरनेशनल डॉक्टरों नूं परेशानियां आ सकदियां हन। नवे नियमों के अनुसार जो इंटरनेशनल डॉक्टर ओंटारियो दे विच अपनी मैडिकल रेजिडेंसी करना चाहते हैं, उन्हां नूं घट्टो घੱਟ ओंटारियो दे विच 2 साल की हाई स्कूल की पढ़ाई पूरी करनी होवेगी। दस दे कि ओंटारियो सूबा पहला ही डॉक्टरों की घाट के नाल जूझ रहा है। एक रिपोर्ट के मुताबिक लगभग 25 लाख ओंटारियो वासियों के कोल अपने फैमिली डॉक्टर नहीं हैं। ओंटारियो मैडिकल एसोसीएशन का कहना है कि पहला जिथे 1200 रेजिडेंसी स्थान इंटरनेशनल डॉक्टरों के लिए खुले सन, हुण गिणती घट के सिर्फ 170 रह जाएगी। उत्थे ही सरकार का कहना है कि यह कदम उन्हां विद्यार्थियों की मदद लई है जिन्हां ने ओंटारियो दे विच अपनी पढ़ाई की है। डॉक्टरों ने इस फैसले ते चिंता जताई है, पर उत्थे ही एक्सपर्ट्स का मानना है कि नवे नियम ओंटारियो दे हैल्थ केयर सिस्टम दे विच होर कमियां पैदा कर सकते हैं। अल्बर्टा सरकार ने गड्डियां दीयां लाइसेंस प्लेटां दे लई कई नवे डिजाइन पेश कीते हैं ਅਤੇ ਲੋਕਾਂ ਨੂੰ ਇਹਨਾਂ ਦੇ ਵਿੱਚੋਂ ਇੱਕ ਨੂੰ ਚੁਣਨ ਦੇ ਲਈ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਹੈ। 15 ਅਕਤੂਬਰ ਤੋਂ 5 ਨਵੰਬਰ ਤੱਕ ਅਲਬਰਟਾ ਦੇ ਲੋਕ ਆਨਲਾਈਨ VOTING ਰਾਹੀਂ 8 ਡਿਜ਼ਾਈਨਸ ਦੇ ਵਿੱਚੋਂ ਆਪਣਾ ਮਨਪਸੰਦ ਚੁਣ ਸਕਦੇ ਹਨ। ਇਹ ਡਿਜ਼ਾਈਨ ਅਲਬਰਟਾ ਦੇ ਪਹਾੜਾਂ, ਖੇਤੀਬਾੜੀ ਅਤੇ એનર્ਜੀ ਪ੍ਰੋਡਕਸ਼ਨ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹਨ। ਨਵੀਂ ਲਾਇਸੈਂਸ ਪਲੇਟ ਸਾਲ 2026 ਦੇ ਅੰਤ ਤੱਕ ਜਾਰੀ ਕੀਤੀ ਜਾਵੇਗੀ, जिस दे उपर स्ट्रोंग एंड फ्री का स्लोगन भी होवेगा, जो कि अल्बर्टा के मोटो अते कैनेडा के नैशनल एंथम के नाल जुड़िया होया है। बुधवार नूं प्रीमियर डेनियल स्मिथ अते सर्विस अल्बर्टा के रेड टेप रिडक्शन मंत्री डैल नैली ने एडमिंटन के विच इस चीज़ का ऐलान किया है। इन्हां लाइसेंस प्लेट्स के लिए 3 राउंड्स के विच वोटिंग होवेगी। पहले राउंड के विच 8 डिजाइनस के विच मुकाबला होवेगा, दूसरे दे विच 4 फाइनलिस्ट विचकार मुकाबला होवेगा अते तीसरे दे विच 2 आखिरी डिजाइनस दे विच एक जेतू डिजाइन चुनिया जाएगा। फाइनल डिजाइन का ऐलान लैजिस्लेचर के फॉल सैशन दौरान किया जाएगा। जिहड़े लोग अपनी मौजूदा प्लेट बदलना चाहते हैं, वो $28 की फीस दे के नवी प्लेट लै सकते हैं, या फिर गड्डी की रजिस्ट्रेशन रिन्यू करवाउण के दौरान मुफ्त VA लाइसेंस प्लेट लै सकते हैं। मौजूदा लाइसेंस प्लेट जो कि 1984 के विच जारी हुई सी, जदों तक ठीक हालत दे विच है, वैलिड रहेगी। सरकार के अनुसार नवीं प्लेटां दे विच रिफ्लैक्टिव टैक्नोलॉजी होवेगी, जो कि सुरक्षा नूं वधाउणगे अते इस दी नकल करना भी मुश्किल होवेगा। अमरीका दे विच जैफरी एप्स्टीन का मुद्दा एक बार फिर सुर्खियां दे विच है, जिथे एक औरत दे वल्लों बैंक ऑफ अमेरिका के खिलाफ मुकदमा दायर किया है, यानी कि बैंक नूं सू किया गया। इस मुकदमे दे विच दावा किया गया है कि बैंक ने जानबुझ के जैफरी नूं वित्तीय सेवावां दित्तियां हन, जिन्हां दे नाल ओह अपनी सैक्शुअल ट्रैफिकिंग के नैटवर्क नूं सालां तक चलाउंदा रहा। इस औरत जिसनों अदालत के दस्तावेजों के विच जेन डो कह के संबोधित किया गया है, उसने बैंक तो मुआवजे की मांग की है। हालांकि बैंक ऑफ अमेरिका ने इस मामले ते कोई टिप्पणी करन तो इनकार कर दिता है। इस औरत की नुमाइंदगी वो फर्म्स कर रही हैं जिन्हां ने इस मामले के विच 2 होर बैंकों तो पहला भी वड्डियां सैटलमेंट्स जित्तियां हैं। जैफरी का मामला अमरीका के राष्ट्रपति डोनाल्ड ट्रंप के प्रशासन के लिए भी एक राजनीतिक सिरदर्दी बनया होया है। साल 2024 के चोण अभियान दौरान इस मामले की जांच के नाल संबंधित फाइल्स जारी करने का वादा करने वाली ट्रंप प्रशासन ने
ਇਸ ਸਾਲ ਆਪਣਾ रुख बदल लिया, जिस दे नाल संसद दे विच रिपब्लिकन दे विच नाराजगी फैल गई है। इस दे नाल ही अज दे बुलेटिन दे विच इन्ना ही। मैनूं सुखनीत कौर नूं दिओ इजाजत। देखदे रहो BTV ब्रॉडकास्टिंग। बी पॉजिटिव, बी योरसेल्फ।